ਹੈਲੋ ਸਟੂਡੈਂਟਸ, ਉਮੀਦ ਕਰਦਾ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਅਤੇ ਆਪਣੀ ਜਿਹੜੀ ਸਟੱਡੀ ਹੈ ਬਹੁਤ ਹੀ ਦਿਲ ਲਗਾ ਕੇ ਮਿਹਨਤ ਨਾਲ ਕਰ ਰਹੇ ਹੋਵੋਗੇ। ਅਸੀਂ ਕਰ ਰਹੇ ਹਾਂ ਕਲਾਸ 9th ਚੈਪਟਰ 7th ਟ੍ਰਾਇੰਗਲਸ ਤ੍ਰੈਭੁਜ ਐਕਸਰਸਾਈਜ਼ 7.2 ਕਰ ਰਹੇ ਹਾਂ ਅਸੀਂ, ਜਿਸ ਦੇ ਕੁਐਸਚਨ ਅਸੀਂ 5 ਕਰ ਚੁੱਕੇ ਹਾਂ ਤੇ ਹੁਣ ਅਸੀਂ ਕਰਨਾ ਹੈ ਕੁਐਸਚਨ 6। ਕੁਐਸਚਨ 6 ਦੇ ਵਿੱਚ ਤੁਹਾਡੇ ਕੋਲ ਕਿਸ ਤਰ੍ਹਾਂ ਦੀ ਫਿਗਰ ਜਿਹੜੀ ਬਣੀ ਹੋਈ ਆਕ੍ਰਿਤੀ ਜਿਹੜੀ ਕਿ ਨਜ਼ਰ ਆ ਰਹੀ ਹੋਵੇਗੀ। ਸੋ ਸਭ ਤੋਂ ਪਹਿਲਾਂ ਅਸੀਂ ਬਾਕੀ ਕੁਐਸਚਨ ਦੀ ਤਰ੍ਹਾਂ ਗਿਵਨ ਜਾਂ ਦਿੱਤਾ ਹੈ ਜੋ ਵੀ ਅਸੀਂ ਲਿਖਦੇ ਹਾਂ। ਸੋ ਇਹ ਸਾਡਾ ਕੀ ਹੈ, ਗਿਵਨ। ਸੋ ABC ਇੱਕ ਸਮਦੋਭੁਜੀ ਤ੍ਰੈਭੁਜ ਦਿੱਤੀ ਗਈ ਹੈ। ਦੇਖੋ ABC, ਸੋ ਸਾਡੇ ਕੋਲ ਕੀ ਇੱਕ ਸਮਦੋਭੁਜੀ ਤ੍ਰੈਭੁਜ ਹੈ। ਇਸ ਸਾਈਡ ਤੇ ਬਣਾਉਂਦੇ ਹਾਂ ਅਸੀਂ, ਇਹ ਦੇਖੋ ਸਾਡੇ ਕੋਲ ਬਣ ਗਈ ABC। ਸੋ ਜਿਸ ਦੇ ਵਿੱਚ ਸਾਡੇ ਕੋਲ AB ਬਰਾਬਰ AC ਦਿੱਤੇ ਗਏ ਹਨ। ਨਾਲ ਦੀ ਨਾਲ ਸਾਨੂੰ ਇਹ ਕਿਹਾ ਸਟੇਟਮੈਂਟ ਦੇ ਵਿੱਚ, ਤੁਸੀਂ ਸਟੇਟਮੈਂਟ ਪੜ੍ਹੋਗੇ ਤਾਂ ਕਿ AB ਨੂੰ ਅਸੀਂ ਇਸ ਤਰ੍ਹਾਂ ਅੱਗੇ ਤੱਕ ਵਧਾਉਂਦੇ ਹਾਂ, ਮਤਲਬ ਕਿ AB ਭੁਜਾ ਨੂੰ ਅਸੀਂ ਅੱਗੇ ਤੱਕ ਵਧਾਉਂਦੇ ਹਾਂ, ਮਤਲਬ ਕਿ ਆਹ ਜਿਹੜੀ ਭੁਜਾ ਹੈ ਸਾਡੇ ਕੋਲ ਅੱਗੇ ਤੱਕ ਵਧਾਈ ਗਈ ਹੈ। ਇਸ ਤਰ੍ਹਾਂ ਵਧਾਇਆ ਕਿ ਜਿਹੜੀ ਸਾਡੇ ਕੋਲ ਇੱਕ D ਪੁਆਇੰਟ ਬਣਦਾ ਹੈ ਤੇ ਉਹ ਜਿਹੜਾ D ਪੁਆਇੰਟ ਬਣਦਾ ਹੈ ਸਾਡੇ ਕੋਲ ਇੱਕ ਭੁਜਾ AD ਨਵੀਂ ਬਣਾਉਂਦਾ ਹੈ ਤੇ AD ਜਿਹੜੀ ਸਾਡੇ ਕੋਲ ਬਰਾਬਰ ਹੈ AC ਦੇ। ਸੋ ਇਹ ਜਿਹੜੀ ਸਾਡੇ ਕੋਲ AD ਬਣਦੀ ਹੈ ਇਸ ਤਰ੍ਹਾਂ, ਇਹ ਬਰਾਬਰ ਹੁੰਦੀ ਹੈ ਸਾਡੇ ਕੋਲ AC ਦੇ। ਸੋ AB ਬਰਾਬਰ AD ਦਿੱਤੀ ਹੋਈ ਹੈ ਸਾਡੇ ਕੋਲ। ਦੇਖੋ ਜਦੋਂ AB ਬਰਾਬਰ AD ਹੋ ਗਈ, ਧਿਆਨ ਨਾਲ ਸਮਝਣਾ ਹੈ ਇਸ ਸਾਈਡ ਨੂੰ ਅਸੀਂ ਪੁਆਇੰਟ ਨੂੰ ਕਿਸ ਤਰ੍ਹਾਂ ਕਲੀਅਰ ਕਰਨਾ ਹੈ, ਠੀਕ ਹੈ। ਦੇਖੋ AB ਬਰਾਬਰ AC, ਫਿਰ ਅਸੀਂ ਲਿਖਦੇ ਹਾਂ ਕਿ AB ਬਰਾਬਰ AD। ਸੋ AB ਪਹਿਲਾਂ ਬਰਾਬਰ ਕਿਹਦੇ ਹੈ, AC ਦੇ, ਤੇ ਦੂਸਰੀ ਸਾਈਡ ਤੇ ਕਿਹਦੇ ਬਰਾਬਰ ਹੈ, AD ਦੇ। ਸੋ ਤਿੰਨੇ ਸਾਈਡਾਂ ਸਾਡੇ ਕੋਲ ਕੀ ਹੋ ਗਈਆਂ, ਆਪਸ ਵਿੱਚ ਬਰਾਬਰ ਜਿਹੜੀਆਂ ਕਿ ਹੋ ਜਾਂਦੀਆਂ ਹਨ। ਸੋ ਇਸ ਨੂੰ ਅਸੀਂ ਇਸ ਸਾਈਡ ਤੇ ਲਿਖ ਲੈਂਦੇ ਹਾਂ ਕਿ AB ਬਰਾਬਰ AC। ਸੋ ਦੂਸਰਾ ਪੁਆਇੰਟ ਸਾਡੇ ਕੋਲ ਕੀ ਹੈ, AB ਬਰਾਬਰ AD। ਸੋ AB ਨੂੰ ਸੈਂਟਰ ਵਿੱਚ ਰੱਖਦੇ ਹਾਂ, ਇੱਕ ਸਾਈਡ ਤੇ ਅਸੀਂ AD ਲਿਖਦੇ ਹਾਂ ਤੇ ਦੂਸਰੀ ਸਾਈਡ ਤੇ ਅਸੀਂ ਲਿਖ ਲਿਆ AC। ਸੋ ਤਿੰਨੇ ਭੁਜਾਵਾਂ ਆਪਸ ਵਿੱਚ ਬਰਾਬਰ ਹੋ ਗਈਆਂ, ਇਸ ਲਈ ਸਾਰੀਆਂ ਤੇ ਅਸੀਂ ਜਿਹੜਾ ਕਿ ਇੱਕ ਜਿਹੜੇ ਸਿੰਗਲ ਲਾਈਨ ਜਿਹੜੀ ਉਹ ਦਰਸਾਤੀ ਹੈ, ਜਿਸ ਦੇ ਨਾਲ ਸਾਨੂੰ ਇਹ ਪਤਾ ਲੱਗ ਰਿਹਾ ਹੈ ਕਿ ਚਾਰ ਦੀਆਂ ਚਾਰੇ ਭੁਜਾਵਾਂ ਜਿਹੜੀਆਂ ਆਪਸ ਵਿੱਚ ਕੀ ਹਨ, ਬਰਾਬਰ ਹਨ। ਸੋ ਇਸ ਤਰ੍ਹਾਂ ਕੁਐਸਚਨ ਦੇ ਵਿੱਚ ਸਾਡੇ ਕੋਲ ਸਿੱਧ ਕਰਨ ਨੂੰ ਕੀ ਕਿਹਾ ਹੈ ਕਿ BCD ਇੱਕ ਸਮਕੋਣ ਹੈ, ਰਾਈਟ ਐਂਗਲ ਹੈ ਜਾਂ ਬਰਾਬਰ 90 ਡਿਗਰੀ ਹੈ, ਕੁਝ ਵੀ ਸਾਡੇ ਕੋਲ ਹੋ ਸਕਦਾ ਹੈ। BCD ਕਿਹੜਾ, ਇਹ ਸਾਰਾ ਹੀ ਕੋਣ ਅਸੀਂ ਦਰਸਾਉਣਾ ਹੈ ਕਿ ਇਹ 90 ਡਿਗਰੀ ਦਾ ਕੋਣ ਜਿਹੜਾ ਕਿ ਬਣਦਾ ਹੈ। ਸੋ ਸਾਡੇ ਕੋਲ ਦੋ ਤ੍ਰੈਭੁਜ ਬਣਦੇ ਹਨ, ਇੱਕ ਹੈ ABC ਬਣਾਇਆ ਹੈ ਅਸੀਂ, ਦੂਸਰਾ ਅਸੀਂ ਬਣਾਉਂਦੇ ਹਾਂ ਆਪਣਾ ਜੋ ਸਾਡੇ ਕੋਲ ਇਸ ਤਰ੍ਹਾਂ ਬਣਦਾ ਹੈ DAC, ਜਿਸ ਵਿੱਚ AC ਅਤੇ AD ਦੋਵੇਂ ਜਿਹੜੇ ਕਿ ਬਰਾਬਰ ਹਨ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਤ੍ਰੈਭੁਜ ABC ਵਿੱਚ, ਠੀਕ ਹੈ। ਹੁਣ ਇਸ ਦੇ ਵਿੱਚ ਕੀ ਆ, ਸਾਡੇ ਕੋਲ ਇੱਕ ਥਿਊਰਮ ਹੁੰਦੀ ਹੈ ਜਿਸ ਦੇ ਬਾਰੇ ਅਸੀਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਜਦੋਂ ਦੋ ਭੁਜਾਵਾਂ ਆਪਸ ਵਿੱਚ ਬਰਾਬਰ ਹਨ, ਮਤਲਬ ਕਿ ਇਹ ਦੋਵੇਂ ਭੁਜਾਵਾਂ ਬਰਾਬਰ ਹਨ ਆਪਸ ਵਿੱਚ, ਸੋ ਇਹਨਾਂ ਦੇ ਜਿਹੜੇ ਸਨਮੁਖ ਕੋਣ ਹੋਣਗੇ ਉਹ ਵੀ ਆਪਸ ਵਿੱਚ ਜਿਹੜੇ ਕਿ ਬਰਾਬਰ ਹੋਣਗੇ। ਸੋ ਧਿਆਨ ਨਾਲ ਸਮਝਣਾ ਹੈ, ਜਦੋਂ ਦੋ ਭੁਜਾਵਾਂ ਸਾਡੇ ਕੋਲ ਇਕੁਅਲ ਹੋਣ ਆਪਸ ਵਿੱਚ ਤਾਂ ਉਹਨਾਂ ਦੇ ਜਿਹੜੇ ਓਪੋਜ਼ਿਟ ਐਂਗਲਸ ਹੁੰਦੇ ਹਨ ਤਾਂ ਉਹ ਆਪਸ ਵਿੱਚ ਕੀ ਹੁੰਦੇ ਹਨ, ਇਕੁਅਲ ਹੁੰਦੇ ਹਨ। ਸੋ AC ਦੇ ਸਾਹਮਣੇ ਦੇਖੋ ਐਂਗਲ ਕਿਹੜਾ ਹੈ, B, ਮਤਲਬ ਕਿ ਇਸ ਨੂੰ ਅਸੀਂ ਲਿਖਾਂਗੇ, ਇੱਥੇ ਲਿਖ ਲੈਂਦੇ ਹਾਂ AC ਦੇ ਸਾਹਮਣੇ ਕੋਣ ਬਰਾਬਰ ਕਿਹੜਾ ਹੈ, ABC। ਇਸ ਤਰ੍ਹਾਂ ਹੀ AB ਦੇ ਸਾਹਮਣੇ ਕੋਣ ਜਿਹੜਾ ਹੈ ਬਰਾਬਰ ਹੈ ਸਾਡੇ ਕੋਲ BCA। ਇਸ ਲਈ ਐਂਗਲ ABC ਬਰਾਬਰ ਹੈ ਐਂਗਲ BCA, ਕਿਉਂਕਿ ਬਰਾਬਰ ਭੁਜਾਵਾਂ ਦੇ ਸਨਮੁਖ ਕੋਣ ਬਰਾਬਰ ਹੁੰਦੇ ਹਨ। ਸੋ ਇਸ ਲਈ ਦੋਵੇਂ ਕੋਣ ਸਾਡੇ ਕੋਲ ਬਰਾਬਰ ਹਨ। ਇਸੇ ਤਰ੍ਹਾਂ ਤ੍ਰੈਭੁਜ ACD ਵਿੱਚ ਐਂਗਲ ਦੇਖੋ, ACD ਦੇ ਵਿੱਚ ਸਾਡੇ ਕੋਲ ਦੇਖੋ AC ਭੁਜਾ ਦੇ ਬਰਾਬਰ ਸਾਹਮਣੇ ਕਿਹੜਾ ਕੋਣ ਹੈ, D, AD ਦੇ ਸਾਹਮਣੇ ਕਿਹੜਾ ਕੋਣ ਹੈ, C। ਸੋ ਇਸ ਤਰ੍ਹਾਂ ਸਾਡੇ ਕੋਲ ਆ ਗਿਆ ACD ਬਰਾਬਰ ਹੈ ਐਂਗਲ ADC। ਸੋ ਇਹ ਵੀ ਦੋਵੇਂ ਆਪਸ ਵਿੱਚ ਬਰਾਬਰ ਹੋਣਗੇ ਕੋਣ ਸਾਡੇ ਕੋਲ, ਸੇਮ ਸਾਡੇ ਕੋਲ ਇਹ ਜਿਹੜਾ ਉੱਪਰ ਕਾਰਨ ਲਿਖਿਆ ਸਾਡੇ ਕੋਲ ਇੱਧਰ ਆ ਜਾਏਗਾ। ਸੋ ਇਸ ਨੂੰ ਅਸੀਂ ਮੰਨਦੇ ਹਾਂ 1 ਨੰਬਰ, ਇਸ ਨੂੰ ਮੰਨਦੇ ਹਾਂ ਅਸੀਂ 2। ਸੋ ਕਲੀਅਰ। ਇਸ ਤੋਂ ਬਾਅਦ ਅਸੀਂ ਦੇਖਦੇ ਹਾਂ, ਥੋੜਾ ਇਸ ਨੂੰ ਸਾਫ਼ ਕਰਨਾ ਪਏਗਾ। ਹੁਣ ਦੇਖੋ ਸਾਡੇ ਕੋਲ ਕੀ ਆਉਂਦਾ ਹੈ, ਇਹ ਦੋਵੇਂ ਕੋਣ ਸਾਡੇ ਕੋਲ ਆਪਸ ਵਿੱਚ ਬਰਾਬਰ ਹਨ, ਇਹ ਦੋਵੇਂ ਕੋਣ ਆਪਸ ਵਿੱਚ ਬਰਾਬਰ ਹਨ। ਹੁਣ ਅਸੀਂ ਆਪਣੀ ਸਾਰੀ ਤ੍ਰੈਭੁਜ ਦੀ ਗੱਲ ਕਰਾਂਗੇ ਤ੍ਰੈਭੁਜ ABC ਵਿੱਚ। ਸੋ ਸਾਰੀ ਤ੍ਰੈਭੁਜ ਦੀ ਗੱਲ ਕਰੀਏ ਅਸੀਂ,
ਜਾਂ ਤੁਸੀਂ ABC ਦੀ ਗੱਲ ਕਰ ਲਓ। ਤ੍ਰੈਭੁਜ BDC ਵਿੱਚ ਹੁਣ ਥੋੜਾ ਧਿਆਨ ਨਾਲ ਸਮਝਣਾ ਇੱਥੋਂ ਹਰ ਇੱਕ ਪੁਆਇੰਟ ਨੂੰ ਕਿ ਅਸੀਂ ਕੀ ਕਰਨ ਲੱਗੇ ਹਾਂ। ਅਸੀਂ ਲਿਖਦੇ ਹਾਂ ਐਂਗਲ BCD ਪਲੱਸ, ਦੇਖੋ ਇੱਕ ਕੋਣ ਆਉਂਦਾ ਸਾਡੇ ਕੋਲ, ਇਸ ਨੂੰ ਪਹਿਲਾਂ ਬਣਾਉਂਦੇ ਅਸੀਂ ਸਾਡੇ ਕੋਲ ਇਸ ਤਰ੍ਹਾਂ ਜਿਹੜੀ ਅਸੀਂ ਸਾਰੀ ਤ੍ਰੈਭੁਜ ਦੀ ਗੱਲ ਕਰ ਰਹੇ ਹਾਂ DBC, ਜਿਸ ਵਿੱਚ ਐਂਗਲ BCD ਅਸੀਂ ਲਿਖ ਲਿਆ ਹੈ ਪਲੱਸ ਪਲੱਸ ਅਸੀਂ ਕਰਾਂਗੇ ਐਂਗਲ ਇਸ ਦੇ ਵਿੱਚ ਅਸੀਂ B ਐਂਗਲ DBA। ਸੋ ਧਿਆਨ ਨਾਲ ਸਮਝੋ ਕਿ ਐਂਗਲ ਲਿਖਿਆ ਮੈਂ C ਆਣਾ ਸੀ ਇੱਥੇ DBC ਲਿਖਿਆ ਹੈ ਪਲੱਸ ਐਂਗਲ ਲਿਖੂੰਗਾ ਮੈਂ ਨੈਕਸਟ ਐਂਗਲ ਜਿਹੜਾ ਸਾਡੇ ਕੋਲ ਬਚਦਾ ਹੈ BDC ਬਰਾਬਰ ਲਿਖਾਂਗੇ ਅਸੀਂ 180 ਡਿਗਰੀ। ਇਹ ਸਾਡੇ ਕੋਲ ਕੀ ਲੱਗਦਾ ਹੈ ਕਿ ਤ੍ਰੈਭੁਜ ਦੇ ਕੋਣਾਂ ਦਾ ਜੋੜ। ਹੁਣ ਥੋੜਾ ਜਿਹਾ ਚੇਂਜ ਕਰਨਾ ਹੈ ਅਸੀਂ, ਦੇਖੋ ਅਸੀਂ ਲਿਖਦੇ ਹਾਂ ਸੇਮ ਪਹਿਲਾਂ BCD ਪਲੱਸ, ਹੁਣ ਦੇਖੋ DBC ਲਿਖਿਆ ਮੈਂ। ਹੁਣ ਜੇਕਰ D ਪੁਆਇੰਟ ਨੂੰ ਹਟਾ ਦਈਏ ਤਾਂ ਸਾਡੇ ਕੋਲ ਐਂਗਲ ਜਿਹੜਾ ਸੈਂਟਰ ਵਿੱਚ ਹੁੰਦਾ ਹੈ ਪੁਆਇੰਟ, ਐਂਗਲ ਉਸ ਤੇ ਹੀ ਰਹੇਗਾ ਸਾਡੇ ਕੋਲ। ਅਸੀਂ ਲਿਖਦੇ ਹਾਂ D ਦੀ ਜਗ੍ਹਾ ਤੇ ਅਸੀਂ A ਲਿਖ ਦਾਂਗੇ। ਅਸੀਂ ਲਿਖ ਦਾਂਗੇ ਦੇਖੋ ਇਹ ਲਾਈਨ ਹੈ ਸਾਡੇ ਕੋਲ, ਐਂਗਲ ਸਾਡੇ ਕੋਲ ਇਸ ਤਰ੍ਹਾਂ ਬਣਦਾ ਹੈ। ਬੇਸ਼ੱਕ ਐਂਗਲ DBC ਬਣ ਜੇ, ਬੇਸ਼ੱਕ ਐਂਗਲ ਜਿਹੜਾ ਸਾਡੇ ਕੋਲ ABC ਬਣ ਜੇ, ਪਰ ਐਂਗਲ ਦੀ ਜਿਹੜੀ ਪਲੇਸ ਹੈ ਉਹ ਬਦਲ ਨਹੀਂ ਰਹੀ। ਐਂਗਲ ਆਪਣੀ ਜਗ੍ਹਾ ਤੇ B ਤੇ ਹੀ ਟਿਕਿਆ ਪਿਆ ਹੈ। ਬੇਸ਼ੱਕ ਅਸੀਂ A ਤੋਂ ਲਿਖ ਲਈਏ, ਬੇਸ਼ੱਕ ਅਸੀਂ D ਤੋਂ ਲਿਖ ਲਈਏ। ਇਸ ਕਰਕੇ ਅਸੀਂ DBC ਨੂੰ ਬਰਾਬਰ ਅਸੀਂ ਲਿਖ ਦਾਂਗੇ ਇੱਥੇ ਐਂਗਲ ABC ਪਲੱਸ, ਹੁਣ ਇਹ ਅਸੀਂ ਲਿਖਿਆ ਇੱਥੇ, ਤੁਸੀਂ ਇੱਕ ਚੀਜ਼ ਲਿਖ ਲੈਣੀ ਹੈ ਜ਼ਰੂਰ ਕਿ ਜੋ ਵੀ ਸਾਡੇ ਕੋਲ ਐਂਗਲ ਜਿਹੜਾ ਹੈ DBC ਬਰਾਬਰ ਹੈ ਐਂਗਲ ABC, ਕਿਉਂਕਿ ਦੋਵਾਂ ਦੀ ਜਿਹੜੀ ਕੋਣ ਦੀ ਪੋਜੀਸ਼ਨ ਹੈ B ਜਿਹੜੀ ਉਹ ਚੇਂਜ ਨਹੀਂ ਹੋ ਰਹੀ। ABC ਫਿਰ ਅਸੀਂ ਲਿਖਿਆ BDC, ਸੋ ਧਿਆਨ ਨਾਲ ਸਮਝੋ BDC। ਸੋ ਇਸੇ ਤਰ੍ਹਾਂ ਸਾਡੇ ਕੋਲ ਇੱਥੇ ਆਏਗਾ BDC ਬਰਾਬਰ ਹੋ ਜਾਏਗਾ ਸਾਡੇ ਕੋਲ ADC। ਸੋ ਇਹ ਵੀ ਸਾਡੇ ਕੋਲ ਆ ਗਿਆ ADC। ਸੋ ਇਸ ਤਰ੍ਹਾਂ ਅਸੀਂ ਇਸ ਦੀ ਜਗ੍ਹਾ ਤੇ ਲਿਖ ਦਾਂਗੇ ਐਂਗਲ ADC ਬਰਾਬਰ ਆ ਗਿਆ 180 ਡਿਗਰੀ। ਹੁਣ ਥੋੜਾ ਜਿਹਾ ਅਸੀਂ ਗੱਲ ਕਰਦੇ ਹਾਂ 1 ਅਤੇ 2 ਤੋਂ। ਸੋ ਇਕੁਏਸ਼ਨਸ ਲਈਆਂ ਸੀ ਨਾ ਅਸੀਂ, ਸਮੀਕਰਨਾਂ 2 ਲਈਆਂ ਸੀ 1 ਅਤੇ 2। ਇਹ ਦੇਖੋ, ਸੋ ਅਸੀਂ ABC ਕਿਹਦੇ ਬਰਾਬਰ ਹੈ BCA ਦੇ। ABC ਦੀ ਜਗ੍ਹਾ ਤੇ ਅਸੀਂ ਬਦਲਾਂਗੇ, ਸਾਡੇ ਕੋਲ ਆ ਜਾਏਗਾ ਇੱਥੇ BCD ਪਲੱਸ ਆ ਜਾਏਗਾ ਸਾਡੇ ਕੋਲ ਹੁਣ ਦੇਖੋ ਅਸੀਂ ਇੱਥੇ ਲਿਖਦੇ ਹਾਂ BCD। ਸੋ BCD ਨੂੰ ਅਸੀਂ ਥੋੜਾ ਜਿਹਾ, ਹੁਣ ਦੇਖੋ ਸਾਡੇ ਕੋਲ ਕੀ ਆਉਂਦਾ ਹੈ, ਉੱਪਰ ਐਂਗਲ ਦਿੱਤਾ ਹੈ BCD, ਧਿਆਨ ਰੱਖਣਾ ਹੈ BCD। ਹੁਣ BCD ਦੀ ਅਸੀਂ ਗੱਲ ਕਰਦੇ ਹਾਂ ਕਿ ਸਾਡੇ ਕੋਲ ਜਿਹੜਾ B ਇਸ ਜਗ੍ਹਾ ਤੇ ਹੈ, ਇੱਧਰ ਹੈ C ਤੇ ਇੱਧਰ ਹੈ D। ਸੋ ਇੱਥੋਂ ਸਾਡੇ ਕੋਲ ਐਂਗਲ ਆ ਦੋ ਹਿੱਸਿਆਂ ਵਿੱਚ ਜਿਹੜਾ ਕਿ ਟੁੱਟ ਜਾਂਦਾ ਹੈ, ਮਤਲਬ ਕਿਹੜਾ BCD ਕੋਣ ਹੈ ਉਹ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ। ਤੇ ਇੱਧਰ ਪੁਆਇੰਟ ਹੈ A, ਮਤਲਬ ਕਿ ਸਾਡੇ ਕੋਲ ਇੱਕ ਕੋਣ ਬਣ ਗਿਆ BCA। ਇਹਦਾ ਮਤਲਬ ਕਿ ਜਿਹੜਾ BCD ਕੋਣ ਹੈ ਸਾਡੇ ਕੋਲ ਐਂਗਲ BCD ਬਰਾਬਰ ਹੈ ਐਂਗਲ BCA ਪਲੱਸ, ਦੇਖੋ ਇੱਕ ਹੈਗਾ BCA, ਦੂਸਰਾ ਹੋ ਗਿਆ ਸਾਡੇ ਕੋਲ ACD, ਦੂਸਰਾ ਹੋ ਗਿਆ ਸਾਡੇ ਕੋਲ ਪਲੱਸ, ਇੱਥੇ ਕਰ ਦਾਂਗੇ ਅਸੀਂ ACD। ਸੋ ਸਾਡੇ ਕੋਲ BCD ਹੈ ਕਿਹਦੇ ਬਰਾਬਰ ਆ ਜਾਂਦਾ ਹੈ, ਇਸ ਦੀ ਜਗ੍ਹਾ ਤੇ ਅਸੀਂ ਲਿਖਾਂਗੇ ਐਂਗਲ BCA ਪਲੱਸ ਐਂਗਲ ACD ਪਲੱਸ। ਹੁਣ ਅਸੀਂ ਗੱਲ ਕਰਦੇ ਹਾਂ ਕਿ ABC। ਹੁਣ ਦੇਖੋ ABC ਕਿਹਦੇ ਬਰਾਬਰ ਹੈ BCA ਦੇ, ਇਸ ਦੀ ਜਗ੍ਹਾ ਤੇ ਅਸੀਂ ਲਿਖਤਾ BCA। ਐਂਗਲ ABC ਦੀ ਜਗ੍ਹਾ ਤੇ ਦੇਖੋ ਇੱਕ ਤੋਂ ਸਮੀਕਰਨ ਤੋਂ ਆ ਗਿਆ ABC ਕਿਹਦੇ ਬਰਾਬਰ ਹੈ BCA ਦੇ। ADC ਕਿਹਦੇ ਬਰਾਬਰ ਹੈ ACD ਦੇ। ਇੱਥੇ ਅਸੀਂ ਲਿਖ ਦਿੰਦੇ ਹਾਂ ACD ਬਰਾਬਰ 180 ਡਿਗਰੀ। ਹੁਣ ਦੇਖੋ BCA ਕਿੰਨੀ ਵਾਰੀ ਆ ਰਿਹਾ, ਦੋ ਵਾਰੀ। ਇਹਦਾ ਮਤਲਬ 2 BCA ਹੋ ਗਿਆ ਸਾਡੇ ਕੋਲ ਪਲੱਸ, ਤੇ 2 ਵਾਰ ਹੀ ਸਾਡੇ ਕੋਲ ਐਂਗਲ ਜਿਹੜਾ ACD ਆ ਜਾਂਦਾ ਹੈ ਬਰਾਬਰ 180 ਡਿਗਰੀ ਸਾਡੇ ਕੋਲ ਜਿਹੜਾ ਉਹ ਆ ਜਾਂਦਾ ਹੈ। ਹੁਣ ਦੇਖੋ ਸਾਡੇ ਕੋਲ 2 ਵਾਰੀ BCA ਆ, 2 ਵਾਰੀ ACD ਆ, ਦੋਵਾਂ ਦੇ ਨਾਲ 2 ਲੱਗਾ ਹੈ। 2 ਨੂੰ ਅਸੀਂ ਕਰਦੇ ਹਾਂ ਕਾਮਨ, ਤੇ ਸਾਡੇ ਕੋਲ ਕੀ ਬਚਦਾ ਹੈ ਐਂਗਲ BCA ਪਲੱਸ ਐਂਗਲ ਆਉਂਦਾ ਹੈ ਸਾਡੇ ਕੋਲ ACD। ਸੋ ਬਰਾਬਰ ਆ ਜਾਂਦਾ ਹੈ ਸਾਡੇ ਕੋਲ 180 ਡਿਗਰੀ। ਸੋ ਇਸ ਤਰ੍ਹਾਂ ਸਾਡੇ ਕੋਲ ਆਏਗਾ ਐਂਗਲ BCA ਪਲੱਸ ਆ ਗਿਆ ਐਂਗਲ ACD ਬਰਾਬਰ ਆ ਗਿਆ 180 ਡਿਗਰੀ ਵਟਾ 2। ਸੋ 2 × 2 2 ਨੂੰ 180 ਨਾਲ ਕੱਟਿਆ, ਸਾਡੇ ਕੋਲ ਆ ਗਿਆ 90 ਡਿਗਰੀ। ਸੋ ਇਸ ਦਾ ਮਤਲਬ BCA ਬਰਾਬਰ ਆ ਗਿਆ ਸਾਡੇ ਪਲੱਸ ਆ ਗਿਆ ਸਾਡੇ ਕੋਲ ACD ਬਰਾਬਰ ਆ ਗਿਆ 90 ਡਿਗਰੀ।
ਸੋ ਦੋਵੇਂ ਕੋਣ ਕਿਹਦੇ ਬਰਾਬਰ ਹਨ? ਦੇਖੋ BCA plus ACD ਕਿਹਦੇ ਬਰਾਬਰ ਹੈ? ਸਾਡੇ ਕੋਲ BCD ਦੇ। ਸੋ ਦੇਅਰਫੋਰ ਜਿਹੜਾ BCD ਐਂਗਲ ਹੈ ਸਾਡੇ ਕੋਲ ਆ ਜਾਂਦਾ ਹੈ 90 ਡਿਗਰੀ, ਤੇ 90 ਡਿਗਰੀ ਦਾ ਕੋਣ ਜਿਹੜਾ ਸਾਡੇ ਕੋਲ ਇੱਕ ਸਮਕੋਣ ਹੁੰਦਾ ਹੈ, ਰਾਈਟ ਐਂਗਲ ਹੁੰਦਾ ਹੈ। ਸੋ ਇਹੀ ਅਸੀਂ ਸਿੱਧ ਕਰਨਾ ਸੀ। ਸੋ ਇੱਕ ਵਾਰੀ ਥੋੜਾ ਜਿਹਾ ਅਸੀਂ ਫੇਰ ਸਮ ਨੂੰ ਦੇਖ ਲੈਂਦੇ ਹਾਂ। ਸਾਡੇ ਕੋਲ ਇੱਕ ਤਰ੍ਹਾਂ ਦੀ ਪੂਰੀ ਜਿਹੜੀ ਫਿਗਰ ਜਾਂ ਆਕ੍ਰਿਤੀ ਦਿੱਤੀ ਗਈ ਸੀ ABC, AB ਨੂੰ ਅਸੀਂ ਵਧਾਇਆ ਸੀ D ਤੱਕ, ਜਿਸ ਦੇ ਨਾਲ ਸਾਡੇ ਕੋਲ ਫਿਰ ਗਿਵਨ ਦਿੱਤਾ ਸੀ ਕਿ AD ਜਿਹੜੀ ਆ ਉਹ ਬਰਾਬਰ ਹੋ ਜਾਂਦੀ ਹੈ AC ਦੇ। ਸੋ AB ਅਸੀਂ ਕਲੀਅਰ ਕੀਤਾ ਸੀ ਕਿ AB ਬਰਾਬਰ AC ਵੀ ਹੈ, AB ਬਰਾਬਰ AD ਵੀ ਦਿੱਤੀ ਗਈ ਸੀ। ਸੋ ਦੋਵਾਂ ਨੂੰ ਅਸੀਂ AB ਬਰਾਬਰ AC ਵੀ ਹੋ ਗਏ, AD ਵੀ, ਇਸ ਲਈ ਤਿੰਨੇ ਭੁਜਾਵਾਂ ਆਪਸ ਵਿੱਚ 1 2 3 ਬਰਾਬਰ ਹੋ ਜਾਂਦੀਆਂ ਹਨ। ਫਿਰ ਅਸੀਂ ਸੌਰੀ ਇਹ ਨਹੀਂ ਸੀ ਆਉਣਾ ਸਾਡੇ ਕੋਲ, ਇਹ ਧਿਆਨ ਰੱਖਣਾ ਹੈ, ਇਹ ਇਸ ਤਰ੍ਹਾਂ ਨਹੀਂ ਆਉਣਾ ਸੀ। ਫਿਰ ਦੇਖੋ ਸਾਡੇ ਕੋਲ ਬਰਾਬਰ ਹੋ ਗਿਆ। ਫਿਰ ਅਸੀਂ ABC ਤ੍ਰੈਭੁਜ ਦੀ ਗੱਲ ਕੀਤੀ। ਸੋ ਦੋਵੇਂ ਭੁਜਾਵਾਂ ਬਰਾਬਰ, ਜਿਹਦੇ ਸਨਮੁਖ ਕਿਹੜੇ ਕੋਣ ਹੋਣਗੇ? ਸਾਡੇ ਕੋਲ ਓਪੋਜ਼ਿਟ ਐਂਗਲਸ ਹੋਣਗੇ। ਓਪੋਜ਼ਿਟ ਐਂਗਲਸ ਆਫ ਦਾ ਇਕੁਅਲ ਸਾਈਡਸ ਆਫ ਦਾ ਟ੍ਰਾਇੰਗਲ ਆਰ ਇਕੁਅਲ। ਸੋ ਸਾਡੇ ਕੋਲ ਦੋਵੇਂ ਬਰਾਬਰ ਹੋ ਜਾਂਦੇ ਹਨ। ਸਾਡੇ ਕੋਲ ਇਸ ਤਰ੍ਹਾਂ ਹੀ ਸਾਡੇ ਕੋਲ ACD ਤ੍ਰੈਭੁਜ ਦੇ ਵਿੱਚ ਹੋ ਗਿਆ। ਸੋ ਫਿਰ ਅਸੀਂ ਆਪਣੀ 1 2 ਸਮੀਕਰਨ ਲਈ ਤੇ ਫਿਰ ਅਸੀਂ BCD ਕੋਣ ਦੀ ਗੱਲ ਕੀਤੀ। ਸੋ BCD ਬਰਾਬਰ ਹੈ ਸਾਡੇ ਕੋਲ ਇਹ ਦੋਵੇਂ ਪਾਰਟਸ ਦੇ ਬਰਾਬਰ, ਉਹ ਲਿਖਿਆ। ਫਿਰ ਅਸੀਂ ਵੈਲਿਊਜ਼ ਨੂੰ ਰੀਪਲੇਸ ਕੀਤਾ, ਤੇ ਰੀਪਲੇਸ ਕਰਨ ਤੋਂ ਬਾਅਦ ਅਸੀਂ ਆਪਣੇ ਜਿਹੜਾ ਕਿ ਪ੍ਰੂਵ ਕਰਨਾ ਸੀ, ਜੋ ਅਸੀਂ ਸਿੱਧ ਕਰਨਾ ਸੀ, ਉਸ ਤੇ ਪਹੁੰਚਦੇ ਹਾਂ। ਸੋ ਇਹ ਸੀ ਸਾਡਾ ਕੁਐਸਚਨ ਨੰਬਰ 6। ਸੋ ਵੈਰੀ ਇੰਪੋਰਟੈਂਟ ਕੁਐਸਚਨ ਹੈ। ਤੋਂ ਵੱਧ ਸ਼ੇਅਰ ਕਰੋ ਤਾਂ ਕਿ ਵੱਧ ਤੋਂ ਵੱਧ ਬੱਚਿਆਂ ਤੱਕ ਪਹੁੰਚ ਸਕੇ। ਸੋ ਵੱਧ ਤੋਂ ਵੱਧ ਬੱਚਿਆਂ ਦੀਆਂ ਮੁਸ਼ਕਲਾਂ ਦਾ ਹੱਲ ਹੋ ਸਕੇ। ਸੋ ਥੈਂਕ ਯੂ। ਮਿਲਦੇ ਹਾਂ ਨੈਕਸਟ ਕਲਾਸ ਦੇ ਵਿੱਚ ਕੁਐਸਚਨ ਨੰਬਰ 7 ਦੇ ਨਾਲ।